ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਜਿਸ ਤਰ੍ਹਾਂ ਹਿੰਦੁਸਤਾਨ ਭਰ ਵਿੱਚ ਪੈਗੰਬਰ ਮੁਹੰਮਦ ਬਾਰੇ ਵਿਵਾਦਤ ਟਿੱਪਣੀਆਂ ਨੂੰ ਲੈ ਕੇ 26 ਮਈ ਤੋਂ ਬਾਅਦ ਲਗਾਤਾਰ ਚਰਚਾ ਚੱਲ ਰਹੀ ਹੈ ਔਰ ਉਸ ਚਰਚਾ ਦੇ ਦੌਰਾਨ ਹੀ ਜਿਸ ਤਰ੍ਹਾਂ ਕਾਨਪੁਰ 'ਚ ਦੰਗੇ ਹੋਏ ਔਰ ਉਸ ਦਾ ਜਿਹੜਾ ਤਣਾਅ ਸੀਗਾ ਹਿੰਦੁਸਤਾਨ ਭਰ ਵਿੱਚ ਬਣਿਆ ਰਿਹਾ ਤੇ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਇਹ ਗੱਲ ਬਾਹਰ ਦੇ ਮੁਲਕਾਂ ਖਾਸ ਕਰਕੇ ਅਰਬ ਦੇਸ਼ਾਂ ਖਾੜੀ ਮੁਲਕਾਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੇ ਜਿਹੜੇ ਪ੍ਰਤੀਕਰਮ ਆਉਣੇ ਸ਼ੁਰੂ ਹੋਏ, ਚਾਹੇ ਉਹ ਕਤਰ ਹੋਵੇ ਦੇਸ਼, ਚਾਹੇ ਓਮਾਨ ਹੋਵੇ, ਚਾਹੇ UAE ਹੋਵੇ, ਚਾਹੇ ਸਾਊਦੀ ਅਰਬ ਹੋਵੇ, ਈਰਾਨ ਹੋਵੇ, ਇਰਾਕ ਹੋਵੇ, ਮਾਲਦੀਵ ਹੋਵੇ। ਹੁਣ ਤੱਕ ਲਗਭਗ 15 ਜਿਹੜੇ ਮੁਸਲਿਮ ਦੇਸ਼ ਹੈ ਉਹਨਾਂ ਨੇ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਔਰ ਇਸ ਦੇ ਜਿਹੜੇ ਪੈਗੰਬਰ ਮੁਹੰਮਦ ਬਾਰੇ ਜਿਹੜਾ ਵਿਵਾਦਤ ਟਿੱਪਣੀਆਂ ਉਹਨਾਂ ਦੀ ਨਿਖੇਧੀ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਵੱਖ-ਵੱਖ ਦੇਸ਼ਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ 'ਚ ਗੱਲ ਕਹੀ ਹੈ। ਕੁਛ ਨਹੀਂ ਤਾਂ ਕਿਹਾ ਹੈ ਕਿ ਜਨਤਕ ਤੌਰ ਤੇ ਜਿਹੜੀ ਹੈ ਭਾਰਤ ਮਾਫੀ ਮੰਗੇ ਔਰ ਕੁਛ ਥਾਵਾਂ ਦੇ ਉੱਤੇ ਕੁਛ ਦੇਸ਼ਾਂ ਦੇ ਅੰਦਰ ਸੁਪਰ ਮਾਰਕੀਟਾਂ ਦੇ ਅੰਦਰ ਜਿਹੜੀਆਂ ਭਾਰਤੀ ਵਸਤਾਂ ਸੀਗੀਆਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਉੱਥੋਂ ਉਹਨਾਂ ਨੂੰ ਕੱਪੜੇ ਪਾ ਕੇ ਢੱਕ ਦਿੱਤਾ ਗਿਆ ਤੇ ਉੱਥੇ ਇਹ ਗੱਲ ਬੜੇ ਜ਼ੋਰ ਨਾਲ ਪ੍ਰਚਾਰੀ ਗਈ ਕਿ ਭਾਰਤੀ ਵਸਤਾਂ ਦਾ ਬਾਈਕਾਟ ਜਿਹੜਾ ਉਹ ਕੀਤਾ ਜਾਏਗਾ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਬਣੀ ਉਸ ਤੋਂ ਬਾਅਦ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਤਾਂ ਆਪਣੇ ਜਿਹੜੇ ਦੋ ਬੁਲਾਰੇ ਸੀਗੇ ਨੂਪਨ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ, ਉਹਨਾਂ ਦੇ ਖਿਲਾਫ ਪਾਰਟੀ ਅਨੁਸ਼ਾਸਨ ਨੂੰ ਭੰਗ ਕਰਨ, ਪਾਰਟੀ ਸੰਵਿਧਾਨ ਦੀ ਉਲੰਘਣਾ ਕਰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਕੇ ਨੂਪਨ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਤੇ ਮੀਡੀਆ ਜਿਹੜਾ ਇੰਚਾਰਜ ਨੇ ਦਿੱਲੀ ਦੇ ਨਵੀਨ ਕੁਮਾਰ ਜਿੰਦਲ, ਉਹਨਾਂ ਨੂੰ ਪਾਰਟੀ ਵਿੱਚੋਂ ਹੀ ਕੱਢਤਾ। ਦੋਨਾਂ ਦੇ ਪ੍ਰਤੀ ਜਿਹੜਾ ਪਾਰਟੀ ਦੇ ਅੰਦਰ ਵੀ ਜਿਸ ਤਰ੍ਹਾਂ ਦਾ ਵਤੀਰਾ ਅਖਤਿਆਰ ਕੀਤਾ ਗਿਆ ਕਿ ਇੱਕ ਨੂੰ ਪਾਰਟੀ ਚੋਂ ਕੱਢਿਆ ਗਿਆ, ਇੱਕ ਨੂੰ ਮੁਅੱਤਲ ਕੀਤਾ ਗਿਆ ਔਰ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਕਾਫੀ ਜਿਹੜੀ ਬੇਚੈਨੀ ਹੈ। ਕੁਝ ਲੋਕ ਜਿਹੜੇ ਹੈ ਉਹ ਇਹਨੂੰ ਸਪੋਰਟ ਕਰ ਰਹੇ ਕਿ ਗਲਤ ਕੀਤਾ ਪਾਰਟੀ ਨੇ ਔਰ ਦੂਸਰੇ ਪਾਸੇ ਪਾਰਟੀ ਆਪਣੀ ਜਿਹੜੀ ਕੌਮਾਂਤਰੀ ਸ਼ਾਖ ਬਚਾਉਣ ਦੇ ਲਈ ਔਰ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਉਸ ਨਾਲ ਜਿਹੜੀ ਖਾਸ ਕਰਕੇ ਕੇਂਦਰ ਦੀ ਸਰਕਾਰ ਨੂੰ ਜਿਸ ਤਰ੍ਹਾਂ ਦੀ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਸਾਰੇ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਸਤਨਾਮ ਚਾਨਾ ਜੀ, ਜਿਹੜੇ ਖੁਦ ਵੀ ਕੌਮਾਂਤਰੀ ਪੱਧਰ ਦੇ ਉੱਤੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਵਿਚਰਦੇ ਰਹੇ ਹੈ ਤੇ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਸੀ ਉਸ ਦੇ ਉਹ ਬਕਾਇਦਾ ਜਨਰਲ ਸਕੱਤਰ ਵੀ ਰਹੇ ਹੈ। ਤਾਂ ਉਹਨਾਂ ਤੋਂ ਆਪਾਂ ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਸਾਰੀ ਸਥਿਤੀ ਖਾਸ ਕਰਕੇ ਮੱਧ ਪੂਰਬ ਤੇ ਖਾੜੀ ਦੇਸ਼ਾਂ 'ਚ ਬਣੀ ਹੈ ਉਸ ਦੇ ਬਾਰੇ ਉਹ ਕੀ ਸੋਚਦੇ ਆ, ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਚਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਸ਼ੁਕਰੀਆ ਜੰਡੂ ਸਾਹਿਬ। ਚਾਨਾ ਜੀ, ਤੁਸੀਂ ਜਿਹੜੀ ਸਾਰੀ ਸਥਿਤੀ ਬਣੀ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜਿਹੜੀ ਅੱਜ ਸਾਰੇ ਜਿਹੜੇ ਘੱਟ ਜਿਹੜੇ 15 ਜਿਹੜੇ ਦੇਸ਼ ਹੈਗੇ ਖਾੜੀ ਦੇ ਦੇਸ਼ ਜਾਂ ਮੁਸਲਿਮ ਦੇਸ਼ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਜਿਹੜੇ ਪ੍ਰਤੀਕਰਮ ਆਏ ਔਰ ਉਸ ਤੋਂ ਬਾਅਦ ਭਾਰਤ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਇਹ ਗੱਲਾਂ ਕਹਿ ਰਹੀ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਇੱਥੇ ਵਿਭਿੰਨਤਾ 'ਚ ਏਕਤਾ ਹੈ ਔਰ ਸਾਰਾ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਬੁਲਾਰੇ ਸੀਗੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਔਰ ਬਕਾਇਦਾ ਜਦੋਂ ਉਹ ਸੱਤਾ ਵਿੱਚ ਆਏ ਆ ਉਦੋਂ ਤੋਂ ਜਿੰਨੇ ਵੀ ਉਹਨਾਂ ਦੇ ਬੁਲਾਰੇ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰ ਕਰਦੇ ਸੀ ਜਾਂ ਇਸ ਤਰ੍ਹਾਂ ਦੀ ਬੋਲੀ ਬੋਲਦੇ ਸੀ ਜਿਹੜੀ ਕਿਸੇ ਦੂਸਰੇ ਧਰਮ ਨੂੰ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਉਹ 38 ਉਹਨਾਂ ਨੇ ਉਹਨਾਂ ਦੀ ਸੂਚੀ ਕੱਢੀ ਹੈਗੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਦੇ 'ਚ 27 ਹੈਗੇ ਜਿਹੜੇ ਉਹਨਾਂ ਦੇ ਤਾਂ ਕੋਈ ਇਸ ਤਰ੍ਹਾਂ ਦਾ ਨਹੀਂ, ਪਰ 5200 ਉਹਨਾਂ ਨੇ ਕਿਹਾ ਕਿ ਗੈਰ ਜ਼ਰੂਰੀ ਹੈ ਬਿਆਨ ਤੇ ਉਹਦੇ ਵਿੱਚ 2700 ਉਹਨਾਂ ਨੇ ਬਿਆਨ ਐਸੇ ਸੰਵੇਦਨਸ਼ੀਲ ਮੰਨੇ ਹੈਗੇ ਆ। ਤੇ ਹੁਣ ਨਵੇਂ ਸਿਰੇ ਤੋਂ ਉਹਨਾਂ ਨੇ ਆਪਣੇ ਪਾਰਟੀ ਬੁਲਾਰਿਆਂ ਨੂੰ ਹਦਾਇਤਾਂ ਕੀਤੀਆਂ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਹੈ ਧਾਰਮਿਕ ਭਾਵਨਾਵਾਂ ਦੇ ਬਾਰੇ ਨਹੀਂ ਬੋਲਣਾ, ਧਰਮ ਬਾਰੇ ਕੋਈ ਗੱਲ ਨਹੀਂ ਕਰਨੀ, ਜੇ ਕਰਨੀ ਹੈ ਤੇ ਪਾਰਟੀ ਦੀ ਉਹ ਮਨਜ਼ੂਰੀ ਚਾਹੀਦੀ ਹੈ। ਸੋ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ, ਤੁਹਾਡੀ ਰਾਏ ਹੈ, ਤੁਹਾਡਾ ਕੀ ਦ੍ਰਿਸ਼ਟੀ ਹੈ ਇਹਦੇ ਬਾਰੇ, ਤੁਹਾਡਾ ਕੀ ਨਜ਼ਰੀਆ ਹੈ ਸਾਰੇ ਦੇ ਬਾਰੇ? ਇੱਕ ਤਾਂ ਜੰਡੂ ਸਾਹਿਬ ਜੋ ਵੀ ਹੋਇਆ ਇਹ ਬਹੁਤ ਮੰਦਭਾਗਾ ਹੋਇਆ ਔਰ ਇਸ ਤਰ੍ਹਾਂ ਦੀ ਜਿਹੜੀ ਕੌਮਾਂਤਰੀ ਪੱਧਰ ਦੇ ਉੱਤੇ ਟੈਨਸ਼ਨ ਜਿਹੜੀ ਖਿੱਚੋਤਾਣ ਪੈਦਾ ਹੋਈ ਆ ਇਹ ਠੀਕ ਨਹੀਂ ਹੈ, ਕਿਉਂਕਿ ਸੰਸਾਰ ਪਹਿਲਾਂ ਹੀ ਬੜੇ ਅਜੀਬ ਜਿਹੇ ਹਾਲਾਤ ਦੇ ਵਿੱਚੋਂ ਦੀ ਲੰਘ ਰਿਹਾ।
ਪਹਿਲਾਂ ਸਥਾਨਕ ਤੌਰ ਤੇ ਤੁਸੀਂ ਦੇਖੋ ਕਿੰਨੀਆਂ ਘਟਨਾਵਾਂ ਵਾਪਰੀਆਂ ਪਿਛਲੇ ਸਮਿਆਂ ਦੇ ਵਿੱਚ, ਔਰ ਸੰਸਾਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਚੱਲਦਾ ਜਾ ਰਿਹਾ। ਟੈਨਸ਼ਨ ਜਿਹੜੀ ਆ ਹੋਰ ਐਡ ਨਹੀਂ ਹੋਣੀ ਚਾਹੀਦੀ ਸੀ, ਔਰ ਇਸ ਕਰਕੇ ਜੋ ਵੀ ਇਹ ਵਾਪਰਿਆ ਇਹ ਠੀਕ ਨਹੀਂ ਹੋਇਆ। ਔਰ ਦੂਜਾ ਇਹ ਆ ਕਿ ਮੈਂ ਜੋ ਵੀ ਭਾਰਤੀ ਜਨਤਾ ਪਾਰਟੀ ਨੇ ਕਦਮ ਉਠਾਇਆ ਹੈਗਾ, ਆਪਣੇ ਦੋਹਾਂ ਬੁਲਾਰਿਆਂ ਨੂੰ, ਇੱਕ ਨੂੰ ਕੱਢ ਦਿੱਤਾ, ਇੱਕ ਨੂੰ ਸਸਪੈਂਡ ਕਰ ਦਿੱਤਾ, ਔਰ ਉਹ ਇੱਕ ਚੰਗਾ ਕਦਮ ਹੈਗਾ ਤੇ ਲੇਕਿਨ ਗੱਲ ਵੱਧਦੀ ਜਿਹੜੀ ਆ ਨਾ, ਉਹ ਲੋਕਾਂ ਤੋਂ ਜਾਂ ਜਨਤਕ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਨਾ ਸਰਕਾਰਾਂ ਦੇ ਪੱਧਰ ਦੇ ਉੱਤੇ ਚਲੀ ਗਈ। ਇਹ ਜਿਹੜਾ ਮਾਮਲਾ ਹੋਇਆ ਨਾ, ਇਹ ਗੱਲ ਤਾਂ ਇੱਕ ਤਾਂ ਹੈ ਕਿ ਪੈਗੰਬਰ ਕਿਸੇ ਵੀ ਧਰਮ ਦੇ ਹੋਣ, ਗੁਰੂ ਕਿਸੇ ਵੀ ਧਰਮ ਦੇ ਹੋਣ, ਉਹਨਾਂ ਨੇ ਆਪਣੇ ਆਪਣੇ ਸਮਿਆਂ ਦੇ ਵਿੱਚ ਜੋ ਕੁਛ ਬੁਰਾਈਆਂ ਦੇ ਖਿਲਾਫ, ਸੰਕਟਾਂ ਦੇ ਖਿਲਾਫ, ਲੋਕਾਂ ਦੇ ਦੁੱਖਾਂ ਦੇ ਖਿਲਾਫ ਆਪਣਾ ਜੀਵਨ ਲਾ ਕੇ ਉਹਨਾਂ ਨੂੰ ਕੱਢਣ ਦਾ ਯਤਨ ਕੀਤਾ, ਲੋਕਾਂ ਨੂੰ ਉਹਨਾਂ ਨੂੰ ਰਸਤਾ ਦਿਖਾਇਆ। ਉਹ ਜਿਹੜੇ ਵੀ ਖਿੱਤੇ ਵਿੱਚ ਧਰਤੀ ਦੇ ਵਿੱਚ ਪੈਦਾ ਹੋਏ ਹੁਣ, ਉਹ ਬਹੁਤ ਮਹਾਨ ਹੋਏ ਆ, ਤੇ ਉਹ ਕਿਸੇ ਦੀ ਵੀ ਮਹਾਨਤਾ ਦੂਸਰੇ ਦੇ ਨਾਲੋਂ ਘਟਾ ਕੇ ਨਹੀਂ ਦੇਖੀ ਜਾਣੀ ਚਾਹੀਦੀ। ਮੈਨੂੰ ਕੁਦਰਤੀ ਹੈ ਕਿ ਜਿਨ੍ਹਾਂ ਨੇ ਗੁਰੂਆਂ ਨੇ ਮੈਨੂੰ ਸੇਧ ਦਿੱਤੀ ਆ, ਮੈਨੂੰ ਉਹ ਸਭ ਤੋਂ ਉੱਪਰ ਲੱਗਣਗੇ। ਇੱਕ ਕੁਦਰਤੀ ਗੱਲ ਹੈਗੀ ਆ, ਕਿਉਂਕਿ ਉਹਨਾਂ ਨੇ ਮੈਨੂੰ ਸਿੱਧਾ ਗਾਈਡ ਕੀਤਾ। ਲੇਕਿਨ ਪੈਗੰਬਰ ਸਾਹਿਬ ਦਾ ਜਿਹੜਾ ਸਟੇਟਸ ਹੈ, ਜਿਹੜਾ ਉਹਨਾਂ ਦੀ ਮਹਾਨਤਾ ਹੈ, ਉਸ ਨੂੰ ਠੇਸ ਪਹੁੰਚਾਉਣੀ ਕੋਈ ਚੰਗਾ ਗੱਲ ਨਹੀਂ ਸੀ। ਮੈਂ ਤੁਹਾਨੂੰ ਅੱਗੇ ਆਪਣੀ ਗੱਲ ਨੂੰ ਵਧਾਉਣ ਤੋਂ ਨਾ, ਕਿਉਂਕਿ ਜਿਹਦਾ ਇੱਕ ਬੁਲਾਰਾ ਹੁੰਦਾ, ਇੱਕ ਬੰਦਾ ਹੁੰਦਾ ਕੋਈ, ਹਨਾ, ਉਹਨੇ ਕੋਈ ਟਿੱਪਣੀ ਕੀਤੀ ਹੁੰਦੀ ਤਾਂ ਉਹ ਲੱਗਦਾ ਕਿ ਇਹਦੀ ਆਪਣੀ ਜਿਹੜੀ ਆ ਨਾ ਸੋਚ ਹੈਗੀ ਆ, ਇਹਦੀ ਨਿੱਜੀ ਸੋਚ ਹੈਗੀ ਆ। ਜਦੋਂ ਇਕੱਠਿਆਂ ਦੋ ਹੋ ਜਾਣ ਜਾਂ ਉਹਦੇ ਨਾਲ ਹੋਰ ਰਲ ਜਾਣ, ਫਿਰ ਉਹ ਇੱਕ ਨਹੀਂ ਸਾਂਝੀ ਚਾਣਾ ਜੀ, ਜਿਹੀ ਉਹ ਤਾਂ ਸੋਚ ਦਾ ਇਹੀ ਨਤੀਜਾ ਨਿਕਲਦਾ। ਉਹ ਤਾਂ ਇਹੀ ਕਹਿ ਰਹੇ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਸੀਗਾ, ਜੋ ਸਾਨੂੰ ਏਜੰਡਾ ਦਿੱਤਾ ਗਿਆ ਸੀ ਉਹੀ ਗੱਲ ਕਹੀ ਹੈ। ਮੈਂ ਉਹੀ ਗੱਲ ਇਹ ਕਰਨੀ ਚਾਹੁੰਦਾ ਕਿ ਇੱਕ ਬਿਲਡਅਪ ਹੋਈ ਆ ਸਾਈਕੀ ਜਿਹੜੀ ਆ, ਉਹਦੇ ਵਿੱਚੋਂ ਨਿਕਲਿਆ। ਜੇ ਇਕੱਲੇ ਦੀ ਹੁੰਦੀ ਤਾਂ ਇਕੱਲੇ ਦੇ ਮਾਨਸਿਕ ਡਿਸਟੋਰਸ਼ਨ ਹੋ ਸਕਦੀ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਜਦੋਂ ਸੈਟ ਆਫ ਲੋਕ ਗੱਲ ਇਹ ਕਹਿਣ ਔਰ ਉਹ ਉੱਚ ਪਾਏ ਦੇ ਹੋਣ, ਦੋ ਜਾਣੇ ਇਕੱਠੇ ਇੱਕ ਤਰ੍ਹਾਂ ਦੀ ਗੱਲ ਕਰਨ, ਫਿਰ ਉਹ ਇਹ ਹੋ ਜਾਂਦਾ ਕਿ ਇਹ ਕਿਸੇ ਸਾਂਝੀ ਸਾਈਕੀ ਦਾ ਨਤੀਜਾ ਹੈ। ਮੈਂ ਤੁਹਾਨੂੰ ਨਾ ਇੱਕ ਲਾਈਨ ਟ੍ਰਿਬਿਊਨ ਦੇ, ਜਿਹੜੇ ਪੰਜਾਬੀ ਟ੍ਰਿਬਿਊਨ ਦੇ ਨਾ ਐਡੀਟੋਰੀਅਲ ਦੇ ਵਿੱਚੋਂ ਇੱਕ ਲਾਈਨ ਸੁਣਾਉਣਾ ਚਾਹੁੰਦਾ ਆ। ਕਹਿੰਦਾ ਕਿ ਇਹ ਸਾਬਤ ਹੁੰਦਾ ਹੈ ਕਿ ਇਹ ਕੁਝ ਵਿਅਕਤੀਆਂ ਦੀ ਨਹੀਂ, ਸਗੋਂ ਇੱਕ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੀ ਸਾਂਝੀ ਮਾਨਸਿਕਤਾ ਹੈ। ਜੀ ਹੁਣ ਜੇ ਉਹ ਭਾਰਤੀ ਜਨਤਾ ਪਾਰਟੀ ਨੇ ਇਸ ਤੋਂ ਇੱਕ ਤਾਂ ਤੁਰੰਤ ਐਕਸ਼ਨ ਹੋਇਆ। ਦੂਜਾ, ਇਹ ਹੁਣ ਲੱਭੇ ਜਾ ਰਹੇ ਆ ਕਿ ਫਲਾਣੇ ਵਿਅਕਤੀ ਨੇ ਫਲਾਣੀ ਗੱਲ ਗਲਤ ਕਹੀ ਆ, ਜਾਂ ਫਲਾਣੇ ਵਿਅਕਤੀ ਦੀ ਗੱਲ ਦੇ ਵਿੱਚ ਆਹ ਗੱਲ ਸੀਗੀ। ਉਹ ਜਦੋਂ ਬੋਲੀ ਜਾ ਰਹੀ ਆ, ਉਹਦਾ ਉਦੋਂ ਹੀ ਅਸਰ ਹੋਇਆ। ਉਹ ਭਾਰਤੀ ਜਨਤਾ ਪਾਰਟੀ ਨੇ ਉਦੋਂ ਹੀ ਉਸ ਗਲਤੀ ਨੂੰ ਪਕੜ ਕੇ ਸੁਧਾਰਨ ਦਾ ਯਤਨ ਕਿਉਂ ਨਾ ਕੀਤਾ, ਹਦਾਇਤਾਂ ਕਿਉਂ ਨਾ ਜਾਰੀ ਚਾਣਾ ਕੀਤੀਆਂ ਜੀ, ਕਿ ਇਸ ਤਰ੍ਹਾਂ ਦਾ। ਵੈਸੇ ਵੀ ਇੱਥੇ ਮੇਰਾ ਇੱਕ ਸਵਾਲ ਹੈ। ਦੇਖੋ, ਪਿਛਲੇ ਲੰਮੇ ਸਮੇਂ 'ਚ ਜਦੋਂ ਤਾਂ ਇਹ ਸਾਰਾ ਕੁਝ ਭਾਰਤ ਦੇ ਅੰਦਰ ਕੋਈ ਤਣਾਅ ਬਣਦਾ ਰਿਹਾ, ਉਹ ਕੋਈ ਭਾਰਤੀ ਜਨਤਾ ਪਾਰਟੀ ਨੇ ਵੀ ਇਹਦਾ ਨੋਟਿਸ ਨਹੀਂ ਲਿਆ, ਨਾ ਕੇਂਦਰ ਸਰਕਾਰ ਨੇ ਲਿਆ। ਹੁਣ ਕਾਨਪੁਰ 'ਚ ਦੰਗੇ ਹੋਏ, ਇਸੇ ਗੱਲ ਨੂੰ ਲੈ ਕੇ ਹੋਏ, ਪਰ ਉਸ ਦਾ ਕੋਈ ਨੋਟਿਸ ਨਹੀਂ ਲਿਆ ਗਿਆ। ਜਦੋਂ ਇਸ ਦਾ ਵਿਦੇਸ਼ਾਂ ਦੇ ਵਿੱਚ ਅਸਰ ਪੈਣਾ ਸ਼ੁਰੂ ਹੋਇਆ, ਤਾਂ ਉੱਥੇ ਜਿਹੜੇ ਭਾਰਤੀ ਲਗਭਗ ਜਿਹੜੇ 9 ਅਰਬ ਕੰਟਰੀ ਹੈਗੇ ਆ, ਦੇਸ਼ ਹੈਗੇ ਆ, ਜਿਨ੍ਹਾਂ ਦੇ ਵਿੱਚ 90 ਲੱਖ ਦੇ ਕਰੀਬ ਜਿਹੜੇ ਭਾਰਤੀ ਹੈ ਉਹ ਰਹਿੰਦੇ ਆ, ਚਾਹੇ ਉਹ ਕਾਰੋਬਾਰੀ ਹੈ, ਚਾਹੇ ਉਹ ਨੌਕਰੀਆਂ ਕਰਦੇ ਆ। ਜਦੋਂ ਉੱਥੋਂ ਦੀਆਂ ਸਥਾਨਕ ਕੰਪਨੀਆਂ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਨੋਟਿਸ ਦਿੱਤੇ, ਨੌਕਰੀ ਤੋਂ ਕੱਢਣ ਦੀ ਗੱਲ ਕੀਤੀ, ਜਦੋਂ ਉੱਥੇ ਭਾਰਤੀ ਵਸਤਾਂ ਦਾ ਬਾਈਕਾਟ ਦੀ ਗੱਲ ਹੋਈ, ਤਾਂ ਫਿਰ ਸਰਕਾਰ ਨੇ ਜਿਹੜਾ ਇਹ ਕਦਮ ਚੁੱਕੇ ਆ, ਜਾਂ ਭਾਰਤੀ ਨਹੀਂ, ਜਨਤਾ ਪਾਰਟੀ ਨੇ ਕਦਮ ਚੁੱਕੇ। ਹਾਂ, ਇਹੀ ਮੈਂ ਸ਼ੁਰੂ ਵਿੱਚ ਹੀ ਗੱਲ ਕਹੀ ਸੀ ਵੀ ਜੇ ਤਾਂ ਲੋਕਾਂ ਦੇ ਲੈਵਲ ਤੇ ਹੁੰਦਾ ਕਿ ਲੋਕਾਂ ਦੇ ਪੈਰੋਕਾਰਾਂ ਦੇ, ਮੁਹੰਮਦ ਸਾਹਿਬ ਦੇ ਜਿਹੜੇ ਪੈਰੋਕਾਰ, ਉਹਨਾਂ ਦੇ ਮਨਾਂ ਨੂੰ ਸੱਟ ਲੱਗੀ ਆ, ਉਹ ਐਕਸ਼ਨ 'ਚ ਆ ਗਏ ਆ। ਉਹ ਇੱਕ ਆਪਣੇ ਪੱਧਰ ਦੇ ਉੱਤੇ ਇੱਕ ਵੱਖਰਾ ਪੁਆਇੰਟ ਹੈ ਜਿਹਦਾ ਪ੍ਰੈਸ਼ਰ ਹੀ ਹੈ। ਲੇਕਿਨ ਇਹ ਗੱਲ ਵੱਧ ਕੇ ਸਰਕਾਰਾਂ ਦੇ ਲੈਵਲ ਤੇ ਚਲੀ ਗਈ। ਜਿਹੜੇ ਇਸਲਾਮਿਕ ਕੰਟਰੀ ਦੇ 57 ਦੇਸ਼ਾਂ ਦੀ ਆਰਗੇਨਾਈਜੇਸ਼ਨ ਹੈਗੀ ਆ, ਉਸ ਨੇ ਇਸ ਨੂੰ ਸੀਰੀਅਸਲੀ ਲਿਆ ਔਰ ਇਸ ਦੀ ਨਿੰਦਾ ਕੀਤੀ ਹੈ।
ਬਹੁਤ ਸਾਰੇ ਦੇਸ਼ਾਂ ਦੀਆਂ ਨਹੀਂ ਸਰਕਾਰਾਂ ਨੇ, ਚਾਲਾ ਜੀ ਸਾਡੇ ਹੁਣ ਸਫੀਰ ਹੈ ਜਿਹੜੇ ਨਾਲ ਇਹਦੇ ਇੱਕ ਇਹ ਵੀ ਐਡ ਕਰ ਲਓ ਕਿ ਯੂਐਨਓ ਨੇ ਵੀ ਇਹਦਾ ਨੋਟਿਸ ਲਿਆ, ਜਿਹੜੇ ਸਕੱਤਰ ਜਨਰਲ ਨੇ ਗੁਟਰੇਜ, ਉਹਨਾਂ ਨੇ ਵੀ ਗੱਲ ਕਹੀ ਹੈ। ਉਹ ਕਿਉਂਕਿ ਯੂਐਨਓ ਨੂੰ ਵੀ ਅਪਰੋਚ ਕੀਤੀ ਗਈ ਆ, ਕਿਹਾ ਗਿਆ ਆ, ਔਰ ਯੂਐਨਓ ਦਾ ਫਰਜ਼ ਵੀ ਬਣਦਾ ਹੈ ਇੱਕ ਕੌਮਾਂਤਰੀ ਸੰਸਥਾ ਹੋਣ ਦੇ ਨਾਤੇ, ਸਰਕਾਰਾਂ ਦੀ ਸੰਸਥਾ ਹੋਣ ਦੇ ਨਾਤੇ, ਕਿ ਉਹ ਸੰਸਾਰ ਅਮਨ ਨੂੰ ਸਾਹਮਣੇ ਰੱਖਦਿਆਂ ਹੋਇਆਂ ਤੁਰੰਤ ਐਕਸ਼ਨ ਦੇ ਵਿੱਚ ਆਵੇ। ਲੇਕਿਨ ਉਹ ਆਪਣੇ ਤੌਰ ਤੇ ਆ ਜਾਂਦੀ, ਆਪਣੇ ਤੌਰ ਤੇ ਤਾਂ ਉਹ ਵੀ ਉਹਨਾਂ ਦਾ ਠੀਕ ਸੀ, ਲੇਕਿਨ ਉਹਨਾਂ ਨੂੰ ਉਹਨਾਂ ਤੇ ਪ੍ਰੈਸ਼ਰ ਬਿਲਡ ਕੀਤਾ ਗਿਆ ਕਿ ਜੋ ਕੁਝ ਵਾਪਰਿਆ ਹੈਗਾ ਉਹਦਾ ਯੂਐਨਓ ਵੀ ਨੋਟਿਸ ਲਵੇ, ਔਰ ਉਹਨਾਂ ਨੇ ਨੋਟਿਸ ਲਿਆ, ਔਰ ਨਾਲੇ ਕਿਹਾ ਕਿ ਯੂਐਨਓ ਜਿਹੜੀ ਆ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆ। ਹੁਣ ਇਹ ਗੱਲ ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ, ਉਹਨਾਂ ਦੇ ਜਿਹੜੇ ਆ ਸ਼ਰਧਾਲੂ, ਉਹ ਵੀ ਸਾਰੀ ਦੁਨੀਆ 'ਚ ਫੈਲੇ ਹੋਏ ਆ, ਸਾਰੇ ਦੇਸ਼ਾਂ 'ਚ ਫੈਲੇ ਹੋਏ ਆ। ਜਿਹੜੇ ਸਾਡੇ ਹਿੰਦੁਸਤਾਨ ਦੇ NRIs ਨੇ, ਉਹ ਵੀ ਸਾਰੇ ਸੰਸਾਰ 'ਚ ਫੈਲੇ ਹੋਏ, ਔਰ ਉਹਨਾਂ ਦੀ ਗਿਣਤੀ ਜਿਹੜੀ ਆ ਨਾ 3 ਕਰੋੜ ਦੇ ਆਸ-ਪਾਸ ਚਲੀ, 3 ਕਰੋੜ ਤੋਂ ਉੱਪਰ ਚਲੀ ਜਾਂਦੀ ਆ, ਜਿਹੜੇ ਭਾਰਤੀ ਵਿਦੇਸ਼ਾਂ 'ਚ ਵਸਦੇ ਆ। ਜਿਹੜੇ ਤਾਜ਼ਾ ਅੰਕੜੇ ਉਹਨਾਂ ਸਰ 3.5 ਕਰੋੜ ਹੈ। ਹਾਂ, 3.5 ਕਰੋੜ ਵਿਦੇਸ਼ਾਂ 'ਚ ਵਸਦੇ ਆ ਲੋਕ। ਜੀ ਕਈ ਦੇਸ਼ਾਂ, ਕਈ ਇੰਨੇ ਦਰਜਨਾਂ ਦੇਸ਼ ਐਸੇ ਆ ਜਿਨ੍ਹਾਂ ਦੀ ਇੰਨੀ ਆਬਾਦੀ ਹੈ ਨਹੀਂ, ਹੈ ਨਾ, ਉਹਨਾਂ ਦੀ ਆਪਣੀ ਜੇ ਦੇਖੀਏ ਨਾ, ਵੀ ਇਹਦੇ ਨਾਲ ਕਈ ਅੱਧੀ ਚੌਥਾ ਹਿੱਸਾ ਆਬਾਦੀ ਵਾਲੇ ਵੀ ਦੇਸ਼ ਹੈਗੇ ਆ। ਜਾਣੀ ਇਹ ਏਡੀ ਭਾਰੀ ਗਿਣਤੀ, ਔਰ ਉਹਨਾਂ ਦਾ ਸਿੱਧਾ ਆਪਸ ਵਿੱਚ ਮੇਲ ਮਿਲਾਪ, ਇੱਕ ਦੂਜੇ ਨਾਲ ਰਹਿ ਰਹੇ, ਇੱਕ ਜਿਹੜਾ ਕਤਰ ਹੈ, ਜਿਹੜਾ ਕਤਰ ਦੇਸ਼ ਹੈ, ਉਸ ਦੀ ਸਾਰੀ ਆਬਾਦੀ 28 ਲੱਖ ਹੈ ਤੇ 8 ਲੱਖ ਉਹਦੇ ਚੋਂ ਭਾਰਤੀ ਹੈ। ਹਾਂ, ਬਸ ਇਹ ਜਿਹੜਾ ਨਾ ਸਿੱਧਾ ਲੋਕਾਂ ਦਾ, ਸ਼ਰਧਾਲੂਆਂ ਦਾ ਆਪਸ ਵਿੱਚ ਮੇਲ ਜੋਲ ਆ ਜਿਹੜਾ, ਔਰ ਉਹਦੇ ਤੇ ਵੀ ਅਸਰ ਪਏਗਾ। ਆਮਣੇ ਸਾਹਮਣੇ ਇੱਕ ਦੂਜੇ ਨੂੰ ਮਿਲਣਗੇ ਤਾਂ ਉਹ ਮਹਿਸੂਸ ਹੋਏਗਾ ਕਿ ਸਾਡਾ ਇਸ ਤਰ੍ਹਾਂ ਇਹਨਾਂ ਦੇ, ਸਾਡੇ ਪੈਗੰਬਰ ਦਾ ਜਿਹੜਾ ਨਾ ਉਹ। ਔਰ ਦੂਜਾ ਇਹ ਗੱਲ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਬਵਾਲ ਉੱਠਿਆ ਕਿ ਜੀ ਜੋ ਉਹਨਾਂ ਨੇ ਸਮਝਿਆ ਸੀ, ਜੋ ਉਹਨਾਂ ਨੂੰ ਪੜ੍ਹਾਇਆ ਗਿਆ, ਉਹਦੇ ਵਿੱਚੋਂ ਹੀ ਉਹ ਸਾਰੀ ਗੱਲਾਂ ਜਿਹੜੀਆਂ ਨਾ ਨਿਕਲੀਆਂ, ਜਿਹੜੀਆਂ ਦੋ ਦੇ ਮੂੰਹੋਂ ਇੱਕੋ ਵਾਰੀ ਨਿਕਲੀਆਂ ਹੈਗੀਆਂ। ਇਹਦਾ ਮਤਲਬ ਕੀ ਆ ਕਿ ਸੁਧਾਰ ਕਿੱਥੇ ਕਰਨ ਵਾਲਾ ਹੈਗਾ? ਸੁਧਾਰ ਕਰਨ ਵਾਲਾ ਹੈ ਕਿ ਉਹ ਆਪਣੇ ਜਿਹੜੀ ਆ ਵਿਚਾਰਧਾਰਾ, ਉਹਦਾ ਵੀ ਰਿਵਿਊ ਕਰਨ, ਉਹਦੇ ਵਿੱਚੋਂ ਹੀ ਇਹ ਜਿਹੜਾ ਨਾ ਪੈਦਾ ਹੋਇਆ। ਦੂਜਾ ਇਹ ਹੈ ਕਿ ਇੱਕਦਮ ਤਾਂ ਸਿਰਫ ਇਹ ਹੈ ਨਾ ਵੀ ਇੱਕਦਮ ਨਾ ਇਹ ਇੱਕਦਮ ਕਿਹਾ ਗਿਆ ਆ, ਨਾ ਇਹ ਇੱਕਦਮ ਰਿਐਕਸ਼ਨ ਹੋਇਆ ਆ ਕੌਮਾਂਤਰੀ ਲੈਵਲ ਦੇ ਉੱਤੇ, ਔਰ ਇੱਕ ਲੰਬੀ ਲੜੀ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਜਿਹੜੀ ਚਲੀ ਆ ਰਹੀ ਸੀ ਨਾ ਟਕਰਾਓ ਦੀ, ਜਿਹਦੇ 'ਚ ਕਿਹਾ ਜਾ ਰਿਹਾ ਸੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਰਿਵਿਊ ਕਰਨ ਦੀ ਗੱਲ, ਜਾਂ ਇਹਨੂੰ ਮੁੜ ਵਿਚਾਰਨ ਦੀ ਗੱਲ, ਜਾਂ ਇਹਨੂੰ ਸੋਧਣ ਦੀ ਗੱਲ, ਜੇ ਉਹ ਇਹ ਸਾਰਾ ਕੁਝ ਕਰਦੇ ਆ ਤੇ ਜਿਹੜੀ ਰਾਜਨੀਤੀ ਕਰਕੇ ਉਹ ਵੋਟਾਂ ਲੈਂਦੇ ਆ, ਫਿਰ ਉਹ ਚੋਣ ਰਾਜਨੀਤੀ ਉਹਨਾਂ ਦੀ ਕਿਸ ਪਾਸੇ ਨੂੰ ਜਾਏਗੀ ਜੇ ਉਹ ਇਹਨੂੰ ਇਸ ਪਾਸੇ ਨੂੰ ਸੋਧਣ ਲੱਗੇ? ਨਹੀਂ, ਰਾਜ 'ਚ ਆ ਕੇ ਕੀ ਜਾਣੀ ਰਾਜ ਬਹੁਤ ਸਾਫ਼ ਸੁਥਰਾ ਔਰ ਬਹੁਤ ਧੜੱਲੇ ਦੇ ਨਾਲ ਕਰਨ ਦੀ ਬਜਾਏ ਹੋਇਆ ਕੀ ਆ ਕਿ ਰਾਜ ਦਾ ਸਿਰ ਨੀਵਾਂ ਹੋ ਗਿਆ, ਔਰ ਰਾਜ ਦਾ ਮਾਇਨਾ ਹੈ ਕਿ ਸਾਰੇ ਦੇਸ਼ ਦਾ ਸਿਰ ਨੀਵਾਂ ਹੋ ਗਿਆ। ਔਰ ਮੈਂ ਪਿਛਲੇ ਦਿਨੀ ਉਹ ਇੱਕ ਹੋਰ ਸੰਪਾਦਕੀ ਪੜ੍ਹ ਰਿਹਾ ਸੀਗਾ, ਆਪਣੇ ਇੰਗਲਿਸ਼ ਟ੍ਰਿਬਿਊਨ ਦਾ ਹੀ ਸੀਗਾ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਇਹ ਬੜਾ ਸਰਕਾਰ ਦਾ ਦਾਅਵਾ ਸੀ ਕਿ ਅਸੀਂ ਸੰਸਾਰ ਦੇ ਵਿੱਚ ਸਿਰ ਨੀਵਾਂ ਕਰਨ ਵਾਲਾ ਜਿਹੜਾ ਨਾ ਸਾਡੇ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ, ਹੈ ਨਾ। ਲੇਕਿਨ ਹੁਣ ਉਹਨਾਂ ਨੇ ਕਿਹਾ ਕਿ ਬਈ ਇਹ ਹੁਣ ਐਸਾ ਕੰਮ ਹੋ ਗਿਆ ਕਿ ਪੂਰੀ ਨੇਸ਼ਨ ਦਾ ਜਿਹੜਾ ਸਿਰ ਨੀਵਾਂ ਹੋ ਗਿਆ। ਉਹੋ ਜਿਹਾ ਰਾਜ ਦਾ ਉਹ ਕਿੰਨਾ ਦੇਰ ਚੱਲੇਗਾ, ਜਾਂ ਉਹਦਾ ਕੀ ਲਾਭ ਹੈ ਇਹੋ ਜਿਹਾ ਰਾਜ ਕਰਨ ਦਾ ਜਿਹਨੂੰ ਸਿਰ ਨੀਵਾਂ ਕਰਕੇ ਰਾਜ ਕਰਨਾ ਪਵੇ। ਔਰ ਉਹਦੇ ਲਈ ਇਹੀ ਆ ਕਿ ਇਹ ਗੱਲ ਜੇ ਉਹ ਅੰਦਰ ਉਠਾਉਂਦੇ ਆ ਕਿ ਜੀ ਉਹਨਾਂ ਨੇ ਤਾਂ ਜੋ ਨੀਤੀ ਸੀ ਉਹਦੇ ਮੁਤਾਬਕ ਹੀ ਜਿਹੜਾ ਉਹਦੇ ਵਿੱਚ, ਪਰ ਉਹਨਾਂ ਨੂੰ ਇਹ ਥੋੜ੍ਹਾ ਕਿਹਾ ਗਿਆ ਹੋਣਾ ਕਿ ਤੁਸੀਂ ਦੂਸਰੇ ਧਰਮ ਦੇ ਪੈਗੰਬਰ ਦੇ ਉੱਤੇ ਸਿੱਧੇ ਜਿਹੜਾ ਨਾ ਤੁਸੀਂ ਟਿੱਪਣੀ ਕਰੋ। ਔਰ ਉਹਦਾ ਰਿਐਕਸ਼ਨ ਇਹ ਹੋਇਆ ਜਿਹੜਾ ਆ ਹੁਣ ਇਹ ਆ ਕਿ ਵੈਸੇ ਤਾਂ ਚਾਹਨਾ ਜੀ ਉਹ ਜਿਹੜੇ ਬੁਲਾਰੇ ਸੀਗੇ ਉਹਨਾਂ ਨੇ ਵੀ ਮਾਫੀ ਮੰਗੀ ਹੈ ਕਿ ਜੇ ਕਿਸੇ ਦੇ ਧਰਮ ਨੂੰ, ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਅਸੀਂ ਉਸ ਲਈ ਮਾਫੀ ਮੰਗਦੇ ਹਾਂ। ਉਹਨਾਂ ਮਾਫੀ ਤਾਂ ਮੰਗੀ ਉਹਨਾਂ ਵੀ, ਨਹੀਂ ਮਾਫੀ ਮੰਗੀ, ਗੱਲਾਂ ਨਿਕਲੀਆਂ। ਨਹੀਂ ਮਾਫੀ ਮੰਗੀ ਆ ਉਹ ਉਹਨਾਂ ਨੇ ਨਾਲ ਇੱਕ ਗੱਲ ਇਹ ਵੀ ਜੋੜੀ ਹੋਈ ਵੀ ਸਾਡੇ, ਕਿਉਂਕਿ ਸਾਡੇ ਜਿਹੜੇ ਦੇਵਤਾ ਹੈਗੇ ਆ ਉਹਨਾਂ ਬਾਰੇ ਟਿੱਪਣੀ ਕੀਤੀ ਗਈ, ਇਸ ਕਰਕੇ ਉਸ ਰਿਐਕਸ਼ਨ ਦੇ ਵਿੱਚ ਅਸੀਂ ਵੀ ਏਦਾਂ। ਸੋ ਪਰ ਇਹ ਆ ਕਿ ਵੀ ਇਸ ਲੈਵਲ ਦੇ ਉੱਤੇ, ਮਾਸ ਮੀਡੀਆ ਦੇ ਉੱਤੇ, ਚੈਨਲਾਂ ਦੇ ਉੱਤੇ ਉਹ ਬਹਿਸ ਇਸ ਲੈਵਲ ਤੱਕ ਜਾਵੇ ਹੀ ਕਿਉਂ, ਹਨਾ।
ਔਰ ਉਹਦੇ ਉੱਤੇ ਕੋਈ ਰਾਜਨੀਤਿਕ ਗੱਲਾਂ ਹੋਣ, ਉਹਦੇ 'ਚ ਦੇਸ਼ ਦੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਆਰਥਿਕਤਾ ਦੀਆਂ, ਗਰੀਬੀ 'ਚੋਂ ਨਿਕਲਣ ਦੀਆਂ, ਇਸ ਤਰ੍ਹਾਂ ਦੀਆਂ ਡਿਸਕਸ਼ਨਸ ਹੋਣ, ਵਿੱਦਿਆ ਦੀਆਂ ਹੋਣ। ਔਰ ਉਹਦੇ ਉੱਤੇ ਜਿਹੜਾ ਨਾ ਏਜੰਡੇ ਤੇ ਆ ਗਿਆ ਬਦਕਿਸਮਤੀ ਦੇ ਨਾਲ, ਇੱਕ ਧਾਰਮਿਕ ਲੈਵਲ ਦੇ ਉੱਤੇ ਇਹ ਜਿਹੜਾ ਡਿਸਕਸ਼ਨਾਂ ਸ਼ੁਰੂ ਹੋ ਗਈਆਂ। ਹਜੇ 2 ਦਿਨ ਪਹਿਲਾਂ ਹੀ ਭਾਰਗਵ ਸਾਹਿਬ ਕਹਿ ਕੇ ਹਟੇ ਸੀਗੇ ਕਿ ਯਾਰ ਹੁਣ ਇਹ ਜਿਹੜਾ ਨਾ ਇਹ ਬੰਦ ਕਰੋ, ਜਿਹੜਾ ਇਹ ਕੰਮ ਸ਼ੁਰੂ ਹੋ ਗਿਆ ਆ ਕਿ ਹਰ ਜਗ੍ਹਾ ਤੋਂ ਜਿਹੜਾ ਸ਼ਿਵਲਿੰਗ ਲੱਭਣ ਦਾ ਪ੍ਰੋਸੈਸ ਆ ਜਿਹੜਾ ਨਾ, ਬਈ ਇਹ ਹੁਣ ਬੰਦ ਹੋਣਾ ਚਾਹੀਦਾ। ਉਹਦਾ ਉਹਨਾਂ ਦੇ ਅੰਦਰ ਫੀਲਿੰਗ ਤਾਂ ਲੱਗਦੀ ਆ ਕਿ ਵੀ ਇਹ ਜਿਹੜਾ ਮੋੜ ਪਾਇਆ ਜਾਣਾ ਚਾਹੀਦਾ ਕਿ ਵੀ ਇਹ ਕਿਹੜੇ ਧਰਮ ਦਾ ਆ, ਇਹ ਕਿਹੜੇ ਧਰਮ ਦਾ ਆ। ਲੇਕਿਨ ਇੱਕ ਪ੍ਰੋਸੈਸ ਦੇ ਵਿੱਚੋਂ ਦੀ ਲੰਘ ਕੇ ਇੱਥੇ ਜਿਹੜੀ ਗੱਲ ਪਹੁੰਚੀ ਆ ਨਾ, ਉਹਨੂੰ ਵੀ ਰਿਵਿਊ ਕਰਨ ਦੀ ਲੋੜ ਹੈਗੀ ਆ ਕਿ ਕੀ ਕਿਤੇ ਵਿਚਾਰਧਾਰਾ ਦੇ ਵਿੱਚ ਹੀ ਤਬਦੀਲੀ ਕਰਨ ਦੀ ਨਹੀਂ ਤਾਂ ਨਹੀਂ ਚਾਣਾ ਜੀ, ਹੁਣ ਤਾਂ ਜ਼ਰੂਰਤ ਹੈ। ਇਹ ਵੀ ਸਵਾਲ ਉੱਠਣ ਲੱਗਿਆ ਨਾ ਕਿ ਭਾਰਤੀ ਸੰਵਿਧਾਨ ਤਾਂ ਇਸ ਗੱਲ ਦੀ ਆਗਿਆ ਨਹੀਂ ਦਿੰਦਾ, ਭਾਰਤੀ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਸਿਰਫ ਪਾਰਟੀ 'ਚੋਂ ਉਹਨਾਂ ਨੂੰ ਕੱਢ ਦੇਣਾ ਜਾਂ ਪਾਰਟੀ 'ਚੋਂ ਮੁਅੱਤਲ ਕਰਨ ਦੇਣਾ ਹੀ ਕਾਫੀ ਹੈ, ਜਾਂ ਕਾਨੂੰਨ ਦੇ ਅਨੁਸਾਰ ਜਿਹੜੀ ਹੈ ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਹੈ। ਜੋ ਭਾਰਤੀ ਕਾਨੂੰਨ ਕਹਿੰਦਾ ਹੈ ਉਹਦੇ ਅਨੁਸਾਰ ਤੇ ਭਾਰਤੀ ਸੰਵਿਧਾਨ ਜਿਸ ਤਰ੍ਹਾਂ ਧਰਮ ਨਿਰਪੱਖ ਹੈ, ਉਹਦੇ ਮੱਦੇਨਜ਼ਰ ਇਹਨਾਂ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਮੈਂ ਪਤਾ ਨਹੀਂ, ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਸ਼ਾਇਦ ਕੋਈ FIR ਦਾ ਵੀ ਜ਼ਿਕਰ ਆਇਆ ਸੀ ਵੀ ਉਹ ਮਹਾਰਾਸ਼ਟਰ 'ਚ ਹੋਈ ਹੈ ਚਾਨਾ ਜੀ। ਉਹ ਉੱਥੇ ਮੇਰਾ ਖਿਆਲ ਹੈ ਕਿ ਅਗਲੇ ਦਿਨਾਂ 'ਚ ਸਮਨ ਵੀ ਕੀਤਾ ਗਿਆ ਨੂਪੁਰ ਸ਼ਰਮਾ ਨੂੰ, ਨੂੰ ਉਹਦੇ ਖਿਲਾਫ ਹੋਈ ਹੈ। ਮਹਾਰਾਸ਼ਟਰ 'ਚ ਲੇਕਿਨ ਹੋਈ ਹੈ। ਹਾਂ, ਸਰਕਾਰ ਆਪਣੇ ਤੌਰ ਤੇ ਸੋ ਮੋਟੋ ਲੈ ਕੇ ਕਿ ਵੀ ਇਹ ਕੀ ਹੋਇਆ ਆ, ਇਹ ਇੱਕ ਧਰਮ ਦੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਗਈ ਆ ਕਿ ਉਹ ਆਪ ਸਿੱਧਾ ਐਕਸ਼ਨ ਇਸ ਦੇ ਉੱਤੇ ਕਰ ਸਕਦੀ ਸੀ। ਅਗਰ ਉਹ ਕਰ ਦਿੰਦੀ ਤਾਂ ਮੇਰਾ ਖਿਆਲ ਹੈ ਕਿ ਵੀ ਜਲਦੀ ਦੇ ਨਾਲ ਹੀ ਜਿਹੜਾ ਨਾ ਉਹ ਜਿਹੜੀ ਮਿੱਟੀ ਬੈਠ ਸਕਦੀ ਸੀਗੀ। ਹੁਣ ਸਭ ਤੋਂ ਮਾੜਾ ਜਿਹੜਾ ਇਹਦਾ ਪ੍ਰਭਾਵ ਪੈਣਾ ਆ, ਜਿਸ ਨੂੰ ਭਾਰਤੀ ਜਨਤਾ ਪਾਰਟੀ ਜਾਂ ਇਹਦਾ ਪੁਰਾਣਾ ਜਿਹੜਾ ਨਾ ਜਾਂ ਫਲਸਫਾ ਹੈਗਾ, ਉਹਦੇ ਮੁਤਾਬਕ ਇਹਨਾਂ ਨੂੰ ਬਹੁਤ ਜਲਦੀ ਇਹ ਗੱਲ ਸਮਝ ਆਉਂਦੀ ਆ ਕਿ ਇਹਦੇ ਪਿੱਛੇ ਜਿਹੜਾ ਆਰਥਿਕ ਵਜ਼ਨ ਹੁੰਦਾ ਆ ਨਾ, ਉਹਦਾ ਬਹੁਤ ਵੱਡਾ ਮੇਜਰ ਰੋਲ ਹੁੰਦਾ। ਇਹਨਾਂ ਦੇ ਬਹੁਤ ਸਾਰੇ ਮੈਂ ਦੇਖਿਆ ਕਿ ਵੀ ਇਸ ਤਰ੍ਹਾਂ ਦੇ ਵੀ ਇਹਨਾਂ ਦੀ ਅਗਰ ਇਸ ਇੱਕ ਖਾਸ ਬੰਦੇ ਦੀ ਜਾਂ ਖਾਸ ਤਬਕੇ ਦੀ ਜੇ ਆਰਥਿਕਤਾ ਨੂੰ ਸੱਟ ਵੱਜੇਗੀ ਤਾਂ ਉਹਨੂੰ ਜਲਦੀ ਜਾਣੀ ਆ ਉਹ ਇਹ ਸਜ਼ਾ ਦੇਣ ਦਾ ਇੱਕ ਤਰੀਕਾ। ਹੁਣ ਇਹ ਉਲਟਾ ਹੋਇਆ ਕੀ ਆ ਕਿ ਇੰਡੀਅਨ ਜਿਹੜਾ ਮਾਲ ਹੈਗਾ ਆ ਇੱਥੋਂ ਦਾ ਬਣਿਆ ਹੋਇਆ, ਉਹਨੂੰ ਇਹ ਚਾਹੇ ਉਹ ਕਿਸ ਹੱਦ ਤੱਕ ਜਾਂਦਾ ਹੈ ਪਤਾ ਨਹੀਂ ਹੈ, ਲੇਕਿਨ ਇਹਦਾ ਅਸਰ ਬਹੁਤ ਦੇਰ ਤੱਕ ਲੰਬਾ ਰਹੇਗਾ ਕਿ ਵੀ ਲੋਕ ਆਪਣਾ ਕੋਈ ਖਾਣ ਪੀਣ ਦੀ ਚੀਜ਼ ਜਾਂ ਵਸਤੂ ਕੋਈ ਖਰੀਦਣ ਵਾਲੀ ਚੀਜ਼ ਨੂੰ ਜਦੋਂ ਦੇਖੂਗਾ ਔਰ ਇੱਕ ਵਾਰੀ ਉਹ ਜ਼ਰੂਰ ਸੋਚੂਗਾ ਕਿ ਨਹੀਂ ਮੈਂ ਇਹ ਲੈਣੀ ਨਹੀਂ ਹੈਗੀ। ਇਹ ਚਾਹੇ ਕੋਈ ਹੁਕਮ ਕਰੇ ਚਾਹੇ ਨਾ ਕਰੇ, ਡਿਪਾਰਟਮੈਂਟਲ ਸਟੋਰਾਂ ਨੇ ਜੇ ਕੰਮ ਕੀਤਾ ਆ ਤੇ ਇਹਦੇ ਨਾਲ ਨਹੀਂ ਬਹੁਤ ਭਾਰੀ ਨੁਕਸਾਨ ਹੋਊਗਾ ਦੇਸ਼ ਦਾ। ਚਾਣਾ ਜੀ, ਉਹਦੇ 'ਚ ਇਹ ਵੀ ਤਾਂ ਨੌਕਰੀਆਂ ਵੀ ਜਿਹੜੇ ਉੱਥੇ ਲੋਕ ਕਰਦੇ ਸੀ ਉਹਨਾਂ ਨੂੰ ਵੀ ਤਾਂ ਖਤਰਾ ਪੈਦਾ ਹੋਇਆ ਨਾ, ਕਿ ਨੌਕਰੀਆਂ ਜਾਣ ਦਾ ਡਰ ਉਹ ਪੈਦਾ ਹੋ ਗਿਆ। ਉਹ ਉਹ ਇਹ ਦੋ ਗੱਲਾਂ ਅਲੱਗ-ਅਲੱਗ ਹੈਗੀਆਂ ਕਿਉਂਕਿ ਇਹ ਨੌਕਰੀ ਮਤਲਬ ਇਹ ਰੁਜ਼ਗਾਰ ਜਾਏਗਾ ਕਿੰਨੇ ਪਰਿਵਾਰਾਂ ਦਾ, ਜਿਹੜੇ ਪੈਸੇ ਉਹ ਕਮਾਉਂਦੇ ਸੀਗੇ ਉਹ ਦੇਸ਼ ਨੂੰ ਭੇਜਦੇ ਸੀਗੇ, ਇਹ ਇੱਕ ਵੱਖਰਾ ਲਾਸ ਆ। ਲੇਕਿਨ ਚਾਣਾ ਜੀ ਜਿਹੜਾ 2000 ਮੈਂ ਥੋੜਾ ਜਿਹਾ ਤੇ ਐਡ ਕਰਨਾ ਚਾਹੁੰਦਾ, 2019-20 ਦੇ ਵਿੱਚ ਲਗਭਗ 6.38 ਲੱਖ ਕਰੋੜ ਰੁਪਈਆ ਜਿਹੜਾ ਹੈ ਉਧਰੋਂ ਉਹਨਾਂ ਮੁਲਕਾਂ ਵੱਲੋਂ ਆਇਆ ਭਾਰਤ ਦੇ ਵਿੱਚ, ਔਰ ਉਸ ਦੌਰ 'ਚ ਆਇਆ ਜਦੋਂ ਕਰੋਨਾ ਦੀ ਬੜੀ ਵੱਡੀ ਮਾਰ ਪੈ ਰਹੀ ਸੀ ਦੇਸ਼ ਨੂੰ। ਇਹ ਉਦੋਂ ਵੀ ਆਇਆ, ਉਸ ਤੋਂ ਪਹਿਲਾਂ ਦੇ ਵੀ ਜਦੋਂ ਆਪਾਂ ਅੰਕੜੇ ਦੇਖਦੇ ਹਾਂ ਨਾ, ਤਾਂ ਉਹ ਇਹ ਆ ਕਿ ਜਿਹੜੇ NRI ਗਏ ਹੋਏ ਨੇ ਯੂਰਪ ਦੇ ਵਿੱਚ, ਅਮਰੀਕਾ, ਨਾਰਥ ਅਮਰੀਕਾ ਦੇ ਵਿੱਚ ਜਾਂ ਹੇਠਾਂ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦਾ ਜੋ ਹੈਗਾ ਰੈਮਿਟੈਂਸ ਹੈਗੀ ਆ, ਜਿਹੜਾ ਪੈਸਾ ਘਰਾਂ ਨੂੰ ਵਾਪਸ ਆਉਣ ਦਾ ਹੈਗਾ ਆ, ਉਹਦੇ ਮੁਕਾਬਲੇ 'ਚ ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਗਏ ਹੋਏ ਆ ਨਾ, ਜਿਹੜੇ ਅਰਬ ਦੇਸ਼ਾਂ ਦੇ ਵਿੱਚ ਗਏ ਹੋਏ ਆ ਔਰ ਜਿਹੜੇ ਲੇਬਰ ਕਰਨ ਗਏ ਹੋਏ ਆ, ਉਹ ਕਿਤੇ ਜ਼ਿਆਦਾ ਕਿ ਉਹ ਕਮਾਉਂਦੇ ਹੀ ਵਾਪਸ ਲਿਆਉਣ ਵਾਸਤੇ ਆ, ਕਿਉਂਕਿ ਉੱਥੇ ਉਹਨਾਂ ਦੇ ਪੱਕੇ ਰਹਿਣ ਦਾ ਕੋਈ ਤਰੀਕਾ ਨਹੀਂ ਹੈ। ਕਾਰੋਬਾਰ ਉਹਨਾਂ ਦੇ ਚੱਲਦੇ ਆ, ਕਾਰੋਬਾਰ ਕਿੱਦਾਂ ਚੱਲਦੇ ਉੱਥੋਂ ਦੇ ਕਿਸੇ ਬੰਦੇ ਨਾਲ ਰਲ ਕੇ ਚਲਾਉਂਦੇ ਆ। ਇੰਡੀਪੈਂਡੈਂਟ ਜਿਹੜਾ ਨਾ ਇੱਦਾਂ ਨਹੀਂ ਹੁੰਦਾ ਹੈਗਾ, ਕੋਈ ਕਫੀਲ ਆ ਜਿਹੜਾ ਉੱਥੋਂ ਦਾ ਲੈਣਾ ਪੈਂਦਾ ਆ। ਕੰਮ ਜਿਹੜੇ ਆਪਣੇ ਇੰਡੀਅਨ ਕਰਦੇ ਆ, ਪ੍ਰੋਜੈਕਟ ਆ ਜਿਹੜਾ ਆਫੀਸ਼ੀਅਲੀ ਉਹਨਾਂ, ਸੋ ਇਸ ਕਰਕੇ ਉਹ ਜਿਹੜੀ ਕਮਾਈ ਕਰਦੇ ਸੀ ਉਹ ਸਾਰੀ ਦੇਸ਼ ਨੂੰ ਆ ਰਹੀ ਹੈ। ਇੱਕ ਤਾਂ ਇਹ ਘਾਟਾ ਹੈਗਾ ਜਿਹੜਾ ਸਾਡਾ ਫੋਰਨ ਕਰੰਸੀ ਦੀ ਅਰਨਿੰਗ ਹੈਗੀ ਆ, ਜੇ ਉਹ ਕਹਿੰਦੇ ਕਿ ਚਲੋ ਇੱਥੋਂ ਹਨਾ, ਜਾਂ ਉਹਨਾਂ ਨੂੰ ਲੋਕਲ ਲੋਕ ਜਿਹੜੇ ਨਫ਼ਰਤ ਕਰਨੀ ਸ਼ੁਰੂ ਕਰਦੇ, ਫਿਰ ਉਹਨਾਂ ਦਾ ਆਪਣਾ ਉੱਥੇ ਰਹਿਣਾ ਜਿਉਣਾ ਔਖਾ ਹੋ ਜਾਏਗਾ। ਇਹ ਇੱਕ ਵੱਖਰਾ, ਲੇਕਿਨ ਸਮੁੱਚੇ ਤੌਰ ਤੇ ਇਸ ਦੇਸ਼ ਦਾ ਜਿਹੜਾ ਐਕਸਪੋਰਟ ਹੈਗਾ ਆ, ਜਿਹੜਾ ਉੱਥੋਂ ਅਰਨਿੰਗ ਕਰਕੇ ਲਿਆਉਂਦਾ, ਇੰਪੋਰਟ ਹੁੰਦੀ ਐਕਸਪੋਰਟ ਹੁੰਦਾ, ਬੈਲੈਂਸ ਬਣ ਕੇ ਰਹਿੰਦਾ ਆ,
ਉਹਨੂੰ ਜੇ ਏਡੀ ਵੱਡੀ ਭਾਰੀ ਸੱਟ ਲੱਗੂਗੀ। ਇੱਕ ਅੱਧਾ ਦੇਸ਼ ਨਹੀਂ ਨਾ ਆਪਣੇ ਜੰਡੂ ਸਾਹਿਬ, ਜੇ ਤਾਂ ਇੱਕ ਦੇਸ਼ ਹੋਵੇ ਵੀ ਇੱਕ ਦੇਸ਼ ਦੇ ਨਾਲ ਏਦਾਂ ਦਾ ਵਿਗਾੜ ਪੈ ਗਿਆ, ਉਹਨਾਂ ਨੇ ਬਾਈਕਾਟ ਸਾਡਾ ਕਰ ਦਿੱਤਾ। ਜੇ ਉਹ 57 ਦੇਸ਼ ਇਕੱਠੇ ਨੇ ਔਰ ਉਹ ਇਕੱਠੇ ਰੈਜ਼ੋਲੂਸ਼ਨ ਕਰਦੇ ਆ, ਤਾਂ ਉਹਨਾਂ ਦੀ ਪਬਲਿਕ ਦੇ ਉੱਤੇ ਵੀ ਅਸਰ ਪਏਗਾ ਤੇ ਪਬਲਿਕ ਦੀ ਖਰੀਦੋ ਫਰੋਖਤ ਦਾ ਨਜ਼ਰੀਆ ਬਦਲੇਗਾ ਕਿ ਆਹ ਚੀਜ਼ ਲੈਣੀ ਆ, ਆਹ ਨਹੀਂ ਲੈਣੀ। ਉਹ ਕਿਸੇ ਨੂੰ ਪਾਬੰਦ ਨਹੀਂ ਕੀਤਾ ਜਾ ਸਕਦਾ ਕਿ ਹੁਣ ਸਾਡੀ ਸੁਲ੍ਹਾ ਹੋ ਗਈ ਆ, ਹੁਣ ਤੁਸੀਂ ਖਰੀਦਣਾ ਸ਼ੁਰੂ ਕਰ ਦਿਓ। ਚਾਣਾ ਜੀ, ਇਹ ਕਿਤੇ ਲੱਗਦਾ ਨਹੀਂ ਕਿ ਸਾਡੀ ਇਹਦੇ ਨਾਲ ਵਿਦੇਸ਼ ਨੀਤੀ ਨੂੰ ਵੀ ਬੜਾ ਵੱਡਾ ਝਟਕਾ ਲੱਗਿਆ ਤੇ ਉਹਨੂੰ ਵੀ ਸੋਧਣ ਦੀ ਲੋੜ ਆ? ਨਹੀਂ, ਮੇਰਾ ਖਿਆਲ ਹੈ ਕਿ ਵੀ ਉਸ ਲੈਵਲ ਦਾ ਤਾਂ ਮਸਲਾ ਨਹੀਂ ਕਿ ਸਾਡੀ ਕੋਈ ਵਿਦੇਸ਼ ਨੀਤੀ ਜਿਹੜੀ ਆ ਨਾ, ਉਹ ਸਾਡੇ ਇਹ ਸਿਰਫ ਇਹੀ ਆ ਕਿ ਵੀ ਉਹ ਇਫੈਕਟ ਏਦਾਂ ਕਰੇਗੀ। ਜੇ ਹੁਣ ਸਰਕਾਰ ਆ ਜਾਂ ਸਾਡੇ ਪ੍ਰਧਾਨ ਮੰਤਰੀ ਆ, ਉਹ ਚੁੱਪ ਜਿੰਨਾ ਦੇਰ ਉਹ ਲੰਬਾ ਚੁੱਪ ਰਹਿਣਗੇ, ਉਨੀ ਦੇਰ ਉਹਨਾਂ ਦੇ ਮਨਾਂ 'ਚ ਵੀ ਰਹੇਗਾ ਕਿ ਵੀ ਸਰਕਾਰ ਦੇ ਲੈਵਲ ਤੇ ਤਾਂ ਗੱਲ, ਪਾਰਟੀ ਲੈਵਲ ਤੇ ਤਾਂ ਉਹਨਾਂ ਨੇ ਐਕਸ਼ਨ ਕਰ ਲਿਆ, ਪਾਰਟੀ ਲੈਵਲ ਤੇ ਕਰ ਲਿਆ, ਪਰ ਫਰਕ ਦੇਸ਼ ਨੂੰ ਪਿਆ ਆ। ਫਰਕ ਜਿਹੜਾ ਸਰਕਾਰਾਂ ਦੇ ਲੈਵਲ ਦੇ ਉੱਤੇ ਆਪਸੀ ਸੰਬੰਧਾਂ ਨੂੰ ਪਿਆ ਆ, ਔਰ ਉਹਦੇ ਉਸ ਲੈਵਲ ਦੇ ਉੱਤੇ ਜਿਹੜੀ ਓਵਰਆਲ ਨੀਤੀ ਹੈਗੀ ਨਾ, ਉਹਦਾ ਇੱਕ ਬਹੁਤ ਵੱਡਾ ਜ਼ਾਵੀਆ ਹੁੰਦਾ। ਉਹਦੇ ਵਿੱਚ ਸੰਸਾਰ ਅਮਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਸੰਸਾਰ ਟ੍ਰੇਡ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰੀਆਂ ਜਿਹੜੀਆਂ ਪਾਲਿਸੀਆਂ, ਫੋਰਨ ਪਾਲਿਸੀ ਜਿਹੜੀਆਂ ਨਾ ਉਹ ਬਣਦੀਆਂ। ਔਰ ਉਹ ਇਹ ਮਾਮਲਾ ਥੋੜ੍ਹਾ ਜਿਹਾ ਉਹਦੇ ਨਾਲੋਂ ਏਦਾਂ ਉਹਨੂੰ ਇਕੁਏਟ ਨਹੀਂ ਕੀਤਾ ਜਾ ਸਕਦਾ, ਹਨਾ। ਉਹ ਏਜੰਡੇ ਤੇ ਕਦੋਂ ਆਊਗਾ, ਉਹਦੇ ਏਜੰਡਾ ਵੱਖਰਾ ਹੋਊਗਾ ਜੇ ਉਹਨੂੰ ਬਦਲਣ ਦੀ ਲੋੜ ਹੈਗੀ। ਔਰ ਇਸ ਕਰਕੇ ਮੈਂ ਇਹ ਕਹਿੰਦਾ ਕਿ ਇਹ ਜਿਹੜਾ ਮਸਲਾ ਖੜਾ ਹੋਇਆ ਆ, ਇਹ ਇੱਕ ਧਾਰਮਿਕ ਸੈਂਟੀਮੈਂਟਸ ਦਾ ਮਸਲਾ ਸੀ ਜਿਹੜਾ ਬਲਾਸਟ ਹੋ ਗਿਆ, ਬਹੁਤ ਵੱਡੇ ਪੈਮਾਨੇ ਤੇ ਚਲਾ ਗਿਆ। ਇਹਨੂੰ ਹੁਣ ਸੰਭਾਲਣ ਦੀ ਲੋੜ ਹੈਗੀ ਆ, ਔਰ ਸੰਸਾਰ ਅਮਨ ਬੜਾ ਜ਼ਰੂਰੀ ਆ। ਔਰ ਬਾਅਦ ਸਭ ਤੋਂ ਵੱਧ ਖਤਰਨਾਕ ਗੱਲ ਜਿਹੜੀ ਸਾਹਮਣੇ ਹੋਈ ਆਈ ਆ ਕਿ ਜਿਹੜੇ ਅਫਗਾਨਿਸਤਾਨ ਦੇ ਉਹ ਸੈਕਸ਼ਨ, ਜਿਨ੍ਹਾਂ ਦਾ ਪਤਾ ਨਹੀਂ ਹੁੰਦਾ ਕੀ ਪਲੈਨਿੰਗ ਕਰ ਲੈਣ, ਉਹ ਜਿਹੜੇ ਕਹਿੰਦੇ ਕਿ ਅਸੀਂ ਹੁਣ ਇਹਨੂੰ ਬਦਲਾ ਲਵਾਂਗੇ, ਉਹ ਬਦਲੇ ਦੇ ਕੀ ਉਹਨਾਂ ਦੀ ਪਰਿਭਾਸ਼ਾ ਨਹੀਂ ਹੈਗੀ ਆ ਬਦਲੇ ਚਾਣਾ ਦੀ। ਜੀ, ਇੱਕ ਤਾਂ ਹੈਗਾ ਜਿਹੜਾ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਪ੍ਰਤੀਕਰਮ ਆਇਆ, ਉਹਨਾਂ ਇਸ ਗੱਲ ਦੀ ਨਿਖੇਧੀ ਵੀ ਕੀਤੀ ਹੈ ਸਾਰਾ ਇਸ ਮਾਮਲੇ ਦੇ ਉੱਤੇ, ਪਾਕਿਸਤਾਨ ਨੇ ਵੀ ਕੀਤੀ ਹੈ। ਪਰ ਵੱਖਰੇ ਤੌਰ ਤੇ ਕਿ ਜਿਹੜੀ ਅਲ ਕਾਇਦਾ ਜਥੇਬੰਦੀ ਹੈ, ਉਸ ਨੇ ਬਕਾਇਦਾ ਇੱਕ ਧਮਕੀ ਭਰਿਆ ਪੱਤਰ ਲਿਖਿਆ ਹੈ ਕਿ ਅਸੀਂ ਜੋ ਕੁਝ ਵੀ ਇਹ ਕਿਹਾ ਗਿਆ ਇਸ ਦਾ ਬਦਲਾ ਲਵਾਂਗੇ। ਉਹੀ ਮੈਂ ਗੱਲ ਇਹ ਕਹਿਣਾ ਕਿ ਉਹ ਹੁਣ ਇੱਕ ਅਲ-ਕਾਇਦਾ ਜਥੇਬੰਦੀ ਦਾ ਇੱਕ ਆਪਣਾ ਇਤਿਹਾਸ ਹੈਗਾ। ਉਹਨਾਂ ਨੇ ਕੀ ਪਲੈਨਿੰਗ, ਉਹਨਾਂ ਦੇ ਬਦਲੇ ਦਾ ਫਾਰਮ ਕੀ ਹੋਊਗਾ, ਕਿਹੜੇ ਢੰਗ ਨਾਲ ਉਹ ਬਦਲਾ ਲੈਣਾ ਚਾਹੁੰਦੇ, ਕੀ ਪਤਾ ਉਹ ਕਿਸ ਪਾਸੇ ਨੂੰ ਗੱਲ ਨਿਕਲ ਜਾਵੇ। ਇਸ ਕਰਕੇ ਇਹ ਜਿਹੜਾ ਨਾ ਇਹ ਆ ਨਵਾਂ ਸੁਣਿਆ ਗਿਆ ਅੱਜ, ਹਨਾ। ਅੱਜ ਸਾਹਮਣੇ ਆਈ ਆ ਗੱਲ ਅਖਬਾਰਾਂ ਦੇ ਰਾਹੀਂ ਕਿ ਅਲ-ਕਾਇਦਾ ਨੇ ਕਿਹਾ ਕਿ ਬਦਲਾ ਲਵਾਂਗੇ। ਬਦਲੇ ਦਾ ਫਿਰ ਕਿਹੜਾ ਅੰਤ ਹੁੰਦਾ ਵੀ ਕਿੱਥੇ ਜਾ ਕੇ ਬਦਲਾ ਪੂਰਾ ਹੋ ਗਿਆ, ਹਨਾ। ਕਿਉਂਕਿ ਸੈਂਟੀਮੈਂਟਸ ਦੇ ਨਾਲ ਵਧਿਆ ਹੋਇਆ ਮਾਮਲਾ ਹੈਗਾ। ਉਹ ਕਿੱਦਾਂ ਦੀ ਪਲੈਨਿੰਗ ਕਰਨਗੇ। ਅਸੀਂ ਕਿੰਨੀਆਂ ਘਟਨਾਵਾਂ ਅੱਤਵਾਦ ਦੀਆਂ ਦੇਖੀਆਂ ਦੁਨੀਆ ਦੇ ਵਿੱਚ, ਹਨਾ, ਜਿਹੜੀਆਂ ਵੱਡੇ ਤੋਂ ਵੱਡੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਸੀ ਜਿਨ੍ਹਾਂ ਦੇ ਕੋਲ, ਅਮਰੀਕਾ ਦੇ ਵਿੱਚ ਵਾਪਰਦੀਆਂ ਜਾ ਕੇ ਐਡੀਆਂ ਵੱਡੀਆਂ ਘਟਨਾਵਾਂ ਜਿੱਦਾਂ ਦੀ ਘਟਨਾ ਕਦੇ ਹੋਰ ਵਾਪਰੀ ਨਹੀਂ ਹੈਗੀ। ਔਰ ਇਸ ਕਰਕੇ ਇਹ ਜਿਹੜਾ ਇੱਕ ਉਹਦਾ ਬੜਾ ਖਤਰਨਾਕ ਇਤਿਹਾਸ ਹੈਗਾ ਆ, ਔਰ ਇਹਨੂੰ ਸੰਭਾਲਣ ਦੀ ਲੋੜ ਆ। ਔਰ ਇੱਦਾਂ ਦੀ ਘਟਨਾ ਜਿਹੜੀ ਨਾ ਉਹ ਹਰ ਹਾਲਤ ਵਿੱਚ ਨਾ ਵਾਪਰੇ, ਔਨ ਫਿਊਚਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਲੇ ਵਾਲੀ ਜਿਹੜਾ ਲੈਵਲ ਤੇ ਨਾ ਜਾਵੇ ਗੱਲ, ਹਨਾ, ਐਸਾ। ਔਰ ਉੱਦਾਂ ਦੇ ਪ੍ਰਬੰਧਾਂ ਦੀ ਜਿਹੜੀ ਨਾ ਜ਼ਰੂਰਤ ਹੈਗੀ ਆ, ਔਰ ਉਹ ਕਿੱਥੇ ਜਾ ਕੇ ਤਸੱਲੀ ਹੋਊਗੀ ਉਹਨਾਂ ਦੀ, ਇਹ ਹੁਣ ਡਿਪੈਂਡ ਕਰਦਾ ਕਿ ਆਪਸ ਵਿੱਚ ਹੀ ਸਰਕਾਰੀ, ਪਹਿਲਾਂ ਤਾਂ ਸਰਕਾਰਾਂ ਦੇ ਲੈਵਲ ਤੱਕ ਗੱਲ ਪਹੁੰਚ ਗਈ, ਸਰਕਾਰਾਂ ਦੇ ਲੈਵਲ ਦੇ ਉੱਤੇ ਉੱਤੋਂ ਹੀ ਇਹ ਸ਼ੁਰੂ ਹੋਵੇ, ਥੱਲੇ ਨੂੰ ਜਾਵੇ, ਹਨਾ, ਲੋਕਾਂ ਨੂੰ ਦੇ ਤੱਕ ਜਾਵੇ ਕਿ ਹਾਂ ਜੀ ਇੱਕ ਗਲਤੀ ਸੀ ਔਰ ਉਹਦੇ ਤੇ ਉਹਨਾਂ ਨੇ ਮਾਫੀ ਵੀ ਮੰਗ ਲਈ। ਲੇਕਿਨ ਉਹ ਮਾਫੀ ਨਾਲ ਜੇ ਉਹਨਾਂ ਦੀ ਅਜੇ ਤਸੱਲੀ ਨਹੀਂ ਹੋਈ ਹੈ ਤਾਂ ਉਹ ਕੀ ਚਾਹੁੰਦੇ ਆ, ਫਿਰ ਕੀ ਸਰਕਾਰ ਪੰਜਾਬ ਦਾ ਕਾਨੂੰਨ, ਆਪਣਾ ਭਾਰਤ ਦਾ ਕਾਨੂੰਨ, ਭਾਰਤ ਦਾ ਸੰਵਿਧਾਨ ਜੇ ਇਸ ਤਰ੍ਹਾਂ ਦੀ ਕਿਸੇ ਗੱਲ ਦੀ ਆਗਿਆ ਹੀ ਨਹੀਂ ਦਿੰਦਾ ਸੀ ਤਾਂ ਫਿਰ ਉਸ ਲੈਵਲ ਉੱਤੇ ਕਾਨੂੰਨੀ ਕਾਰਵਾਈ ਖੁਦ ਵੀ ਕਰ ਦੇਵੇ ਸਰਕਾਰ ਇੱਥੋਂ ਦੀ, ਹੈ ਨਾ, ਔਰ ਉਸਨੂੰ ਲਾਗੂ ਕਰੇ। ਸੰਵਿਧਾਨ ਦੀ ਰਾਖੀ ਦਾ ਵੀ ਮਾਮਲਾ ਹੈ ਕਿ ਕਿਉਂ ਕਿਸੇ ਉਸ ਧਰਮ ਦੇ, ਪਹਿਲਾਂ ਕਾਨਪੁਰ ਦੇ ਵਿੱਚ ਸ਼ੁਰੂ ਹੋਇਆ ਹੈ ਨਾ ਕੰਮ, ਪਹਿਲਾਂ ਤਾਂ ਇੱਥੋਂ ਦੇ ਜਿਨ੍ਹਾਂ ਨੇ ਫੌਰੀ ਸੁਣਿਆ ਉਹਨਾਂ ਤੇ ਫੌਰੀ ਅਸਰ ਹੋਇਆ, ਕੱਲ ਉਹ ਵੱਧਦੀ ਸੰਸਾਰ ਲੈਵਲ ਤੇ ਇਸ ਕਰਕੇ ਚਲੀ ਗਈ ਕਿਉਂਕਿ ਉਹ ਪੈਗੰਬਰ ਦਾ ਮਾਮਲਾ ਸੀਗਾ, ਉਹ ਹਜ਼ਰਤ ਮੁਹੰਮਦ ਸਾਹਿਬ ਤੱਕ ਦੇ ਲੈਵਲ ਤੇ ਗੱਲ ਚਲੀ ਗਈ। ਔਰ ਉਸ ਕਰਕੇ ਉਹ ਸਾਰੀ ਦੁਨੀਆ ਦੇ ਵਿੱਚ ਜਿਹੜੀ ਉਹ ਫੈਲ ਗਈ। ਜਿਹੜੀਆਂ ਪਿੱਛੇ ਘਟਨਾਵਾਂ ਇੱਥੇ ਵਾਪਰੀਆਂ, ਜਿਹੜੀਆਂ ਕਿ ਤੁਹਾਨੂੰ ਵੀ ਪਤਾ ਕਿ ਇੱਕ ਲੰਬੀ ਲੜੀ ਹੈਗੀ ਆ ਜਿਹੜੀ ਮਿਨੋਰਿਟੀ ਦੇ ਨੂੰ ਖਤਰਾ, ਮਿਨੋਰਿਟੀ ਸੇਫ ਅਨਸੇਫ ਦੀਆਂ ਗੱਲਾਂ ਜਿਹੜੀਆਂ ਚਾਣਾ ਇੱਥੇ ਜੀ, ਆਪਣੇ ਨਾ ਹੁੰਦੀਆਂ। ਸ਼ੋਅ ਦਾ ਸਮਾਂ ਵੀ ਸਮਾਪਤ ਹੋ ਰਿਹਾ, ਸੰਖੇਪ ਚ ਰੱਖਿਓ।
ਅਨਸੇਫ ਦੀ ਹੁਣ ਉਹਦੇ ਵਿੱਚ ਜਦੋਂ ਇੱਥੇ ਕੁਝ ਵਾਪਰਦਾ ਸੀ ਔਰ ਧਰਮ ਦੇ ਲੈਵਲ ਤੇ ਵਾਪਰਦਾ ਸੀਗਾ, ਹਿੰਦੂ ਮੁਸਲਿਮ ਹੁੰਦਾ ਸੀਗਾ, ਉਦੋਂ ਕਿਸੇ ਵੀ ਵਿਦੇਸ਼ੀ ਉਸ ਅਰਬ ਦੇਸ਼ ਨੇ, ਜਿੱਥੇ ਇਸਲਾਮਿਕ ਦੇਸ਼ ਹੈਗੇ ਆ, ਉਹਨਾਂ ਨੇ ਕਿਸੇ ਨੇ ਦਖਲ ਨਹੀਂ ਦਿੱਤਾ। ਯਾਨੀ ਉਹਨਾਂ ਨੇ ਇਹ ਸਮਝ ਕੇ ਹੀ ਚੱਲੇ ਕਿ ਵੀ ਇਹ ਇਹਨਾਂ ਦਾ ਅੰਦਰੂਨੀ ਮਾਮਲਾ ਹੈ, ਇਹ ਨਿਪਟ ਲੈਣ। ਇੱਥੋਂ ਦੇ ਲੋਕ ਜਿਹੜੇ ਉਹ ਆਪਸ ਵਿੱਚ ਹੀ ਨਿਪਟ, ਸਰਕਾਰ ਦੇ ਲੈਵਲ ਤੇ ਨੇ। ਜਦੋਂ ਹੁਣ ਇਹਦਾ ਜ਼ਾਵੀਆ ਹੀ ਬਾਹਰ ਨਿਕਲ ਗਿਆ ਹਨਾ, ਔਰ ਜਾਂ ਇਹਦਾ ਜਿਹੜਾ ਨਾ ਇਹਦੀ ਡਾਇਮੈਂਸ਼ਨ ਜਿਹੜੀਆਂ ਨਾ ਉਹ ਕੌਮਾਂਤਰੀ ਹੋ ਗਈਆਂ, ਤਾਂ ਫਿਰ ਉਹ ਵੀ ਸਾਰਾ ਜੋੜਿਆ ਜਾ ਰਿਹਾ। ਮੈਨੂੰ ਪਤਾ ਉਹ ਕਿ ਜਿਹੜਾ ਰੈਜ਼ੋਲੂਸ਼ਨ ਕੀਤਾ ਗਿਆ ਨਾ, ਉਹਦੇ ਵਿੱਚ ਕਈ ਸਾਰੀਆਂ ਇਦਾਂ ਦਾ ਘਟਨਾਵਾਂ ਦਾ ਜ਼ਿਕਰ ਕੀਤਾ ਹੋਇਆ ਜਿਹੜੀਆਂ ਇੱਥੇ ਪਹਿਲਾਂ ਵਾਪਰੀਆਂ ਹਨਾ, ਜਾਂ ਵਾਪਰਦੀਆਂ ਰਹੀਆਂ ਧਾਰਮਿਕ ਲੈਵਲ ਉੱਤੇ, ਜਾਂ ਮਤਲਬ ਇਹ ਆ ਕਿ ਇੱਕ ਫਿਰਕਾ ਦੂਸਰਾ ਫਿਰਕਾ ਇਦਾਂ ਦੀ ਹਨਾ। ਹੁਣ ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਜੋ ਪਹਿਲਾਂ ਵੀ ਇੱਥੇ ਵਾਪਰਦਾ ਰਿਹਾ। ਇਹਨੂੰ ਫੌਰੀ ਤੌਰ ਤੇ ਜਿਹੜਾ ਨਾ ਰੋਕਣ ਦੀ ਜ਼ਰੂਰਤ ਹੈ। ਨਹੀਂ ਚਾਣਾ ਜੀ, ਇਹਦੇ ਲੰਮੇ ਸਮੇਂ 'ਚ ਕੀ ਅਸਰ ਪੈਣਗੇ? ਕਿ ਕੌਮਾਂਤਰੀ ਪੱਧਰ ਤੇ ਅੱਗੇ ਇਸ ਤਰ੍ਹਾਂ ਦਾ ਨੋਟਿਸ ਨਹੀਂ ਸੀ ਲਿਆ ਗਿਆ ਕਿਸੇ ਘਟਨਾ ਦਾ ਜਾਂ ਕਿਸੇ ਦਾ, ਜਿਹੜੇ ਵੱਡੇ ਪੱਧਰ ਤੇ ਇਸ ਸਾਰੇ ਬਿਆਨ ਦਾ, ਇਸ ਸੰਵੇਦਨਸ਼ੀਲ ਜਿਹੜੀ ਬਹਿਸ ਸੀਗੀ ਉਹਦਾ ਲਿਆ ਗਿਆ। ਤਾਂ ਸੋ ਇਹ ਲੱਗਦਾ ਨਹੀਂ ਕਿ ਇਹਦੇ ਲਈ ਕੌਮਾਂਤਰੀ ਪੱਧਰ ਤੇ ਰਾਹ ਖੁੱਲ ਗਏ ਕਿ ਹੁਣ ਜੋ ਵੀ ਇੱਥੇ ਇਸ ਕਿਸਮ ਦਾ ਵਾਪਰੇਗਾ ਉਸ ਦਾ ਪ੍ਰਤੀਕਰਮ ਏਡਾ ਹੀ ਸਖਤ ਕੌਮਾਂਤਰੀ ਪੱਧਰ ਤੇ ਵੀ ਆਇਆ ਕਰੇਗਾ? ਨਹੀਂ ਦੇਖੋ, ਤਾਂ ਹੀ ਮੈਂ ਕਹਿੰਦਾ ਕਿ ਇਹਨੂੰ ਨਹੀਂ, ਇਹਨੂੰ ਇਹਦੇ 'ਚ ਚਾਣਾ ਜੀ ਇਹ ਲੱਗਦਾ ਸਮਝਾਵਤ ਕਿਤੇ ਨਾ ਕਿਤੇ ਤਾਂ ਫਿਰ ਸਰਕਾਰ ਨੂੰ ਤੇ ਪਾਰਟੀ ਨੂੰ ਵੀ ਸਬਕ ਸਿੱਖਣ ਦੀ ਲੋੜ ਤਾਂ ਹੈਗੀ ਆ ਨਾ ਇਹਦੇ ਤੋਂ। ਉਹ ਤਾਂ ਮੇਰੇ ਖਿਆਲ ਉਹਨਾਂ ਨੇ ਸਿੱਖਿਆ ਹੋਣਾ, ਤਾਂ ਹੀ ਉਹਨਾਂ ਨੇ ਆਪਣੇ ਪਿਛਲੇ 27 ਬੰਦੇ ਜਾਂ 28 ਬੰਦਿਆਂ ਨੂੰ ਜਿਹੜਾ ਨਾ ਇਨਲਿਸਟ ਕੀਤਾ ਇਹਨਾਂ ਦਾ, ਨਾਲ ਹਦਾਇਤ ਵੀ ਕਰ ਦਿੱਤੀ ਹੈ ਕਿ ਅੱਗੇ ਤੋਂ ਜੇ ਟੀਵੀ ਤੇ ਜਾਣਾ ਆ, ਜੇ ਕਿਸੇ ਚੈਨਲ ਤੇ ਜਾਣਾ ਆ, ਤਾਂ ਇਜਾਜ਼ਤ ਲਈ ਜਾਵੇ ਤੇ ਵਿਸ਼ੇ ਦੀ ਇਜਾਜ਼ਤ ਲਈ ਜਾਵੇ ਕਿ ਉਹਦੇ ਬਾਰੇ ਵਿਸ਼ੇ 'ਚ ਕਿਹੜੇ ਤੇ ਬੋਲਣਾ, ਕਿਹੜੇ ਤੇ ਨਹੀਂ ਬੋਲਣਾ ਹੈਗਾ। ਏਦਾਂ ਇਹ ਇੱਕ ਉਹਦਾ ਤਰੀਕਾ ਹੈ, ਲੇਕਿਨ ਅੰਦਰ ਤਾਂ ਫੀਲਿੰਗ ਤਾਂ ਹੈਗੀ ਆ ਨਾ ਕਿ ਨਹੀਂ, ਗਲਤੀ ਪਰ ਹੋਈ ਆ, ਚਾਣਾ ਜੀ ਦੁਬਾਰਾ ਕਿਤੇ ਨਾ ਹੋਵੇ। ਚਾਣਾ ਜੀ ਕਿਤੇ ਨਾ ਕਿਤੇ ਵੀ ਤਾਂ ਹੈ ਨਾ, ਸੰਘ ਪਰਿਵਾਰ ਦੇ ਜਿਹੜੇ ਬਾਕੀ ਸੰਗਠਨ ਆ, ਅਸੀਂ ਦੇਖਦੇ ਹਾਂ ਕਿ ਚਲੋ ਟੀਵੀ ਡਿਬੇਟ ਬਾਰੇ ਤਾਂ ਇਹ ਇਦਾਂ ਦੀਆਂ ਹਦਾਇਤਾਂ, ਇਦਾਂ ਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ, ਪਰ ਜਿਹੜੀਆਂ ਬਾਕੀ ਥਾਵਾਂ ਤੇ ਧਰਮ ਸੰਸਦ ਹੋ ਰਹੀਆਂ, ਜਿਸ ਤਰ੍ਹਾਂ ਬਾਕੀ ਦੇ ਥਾਵਾਂ ਤੇ ਲਿੰਚਿੰਗ ਵਾਲੇ ਮਾਮਲੇ ਆਏ ਆ, ਹੋਰ ਕਈ ਤਰ੍ਹਾਂ ਦੇ ਜਿਵੇਂ ਬਲਡੋਜ਼ਰ ਚੱਲੇ ਆ, ਜਾਂ ਇਹ ਲਾਊਡ ਸਪੀਕਰਾਂ ਦੀ ਗੱਲ ਆਈ ਹੈ, ਜਾਂ ਇਹ ਸਾਰਾ ਸਥਿਤੀ ਬਣੀ ਹੈ, ਉਹ ਸਾਰੇ ਨੂੰ ਵੀ ਤਾਂ ਰੋਕਣ ਦੀ ਲੋੜ ਆ ਨਾ ਕਿਤੇ ਨਾ ਕਿਤੇ, ਕਿ ਉਸ ਤਰ੍ਹਾਂ ਦਾ ਮਾਹੌਲ ਨਾ ਬਣੇ। ਹਾਂ, ਨਹੀਂ ਉਹ ਮੈਂ ਇਸੇ ਕਰਕੇ ਕਿਹਾ ਵੀ ਉਹ ਜਿਹੜੇ ਰੈਜ਼ੋਲੂਸ਼ਨ ਪਾਸ ਜਿਹੜੇ ਸਾਡੇ ਸਾਹਮਣੇ ਆਏ ਨਾ, ਉਹਨਾਂ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕਰਕੇ ਕਿਹਾ ਗਿਆ ਕਿ ਗੱਲ ਇੱਥੇ ਪਹੁੰਚਾ ਦਿੱਤੀ ਹੈ ਹਨਾ। ਇਸ ਕਰਕੇ ਲੇਕਿਨ ਜੇ ਇਹ ਫੀਲਿੰਗ ਵੀ ਆ, ਅੱਜ ਤੋਂ ਕੱਲ ਤੋਂ ਪਾਬੰਦੀ ਲਾ ਦਿੰਦੇ ਕਿ ਵੀ ਤੁਸੀਂ ਜਾ ਕੇ ਉੱਥੇ ਚੈਨਲ ਦੇ ਉੱਤੇ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ, ਇਹਦੇ ਨਾਲ ਵੀ ਮਾਹੌਲ ਜ਼ਰੂਰ ਬਦਲੇਗਾ। ਕਿਉਂਕਿ ਜਿੰਨਾ ਗੋਦੀ ਮੀਡੀਆ ਦੀ ਜਿਹੜੀ ਚੱਲ ਰਹੀ ਹੈ ਨਾ, ਬਈ ਜਿੰਨਾ ਉਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਹਿੱਸਾ ਪਾਇਆ ਸੀ ਨਾ, ਉਹਦੇ 'ਚ ਜਿਹੜੇ ਉਹ ਬੋਲਣ ਵਾਲੇ ਸੀ ਉਹਨਾਂ ਦਾ ਵੀ ਹਿੱਸਾ ਉਨਾ ਹੀ ਸੀਗਾ। ਜੇ ਉੱਥੇ ਹੀ ਰੋਕ ਲੱਗ ਜਾਏਗੀ ਤਾਂ ਇੱਕ ਟ੍ਰੈਂਡ ਦੇ ਬਦਲਣ ਦਾ ਜਿਹੜਾ ਨਾ ਉਹ ਇੱਕ ਸੰਕੇਤ ਹੋ ਸਕਦਾ ਹੈ ਕਿ ਅੱਗੋਂ ਤੋਂ ਉਹੋ ਜਿਹੀਆਂ ਗੱਲਾਂ ਜਿਹੜੀਆਂ ਜ਼ਹਿਰ ਘੋਲਦੀਆਂ ਹੋਣ, ਉਹ ਨਾ ਹੋਣ, ਜਿਹਦੇ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਕਿ ਜਿਹੜੀਆਂ ਫਿਰ ਪੂਰਾ ਦੇਸ਼ ਹੀ ਸੰਕਟ ਦੇ ਵਿੱਚ ਬਹਿ ਜਾਂਦਾ ਆ। ਔਰ ਇਹ ਉਹਦੀ ਇੱਕ ਸਿਖਰ ਆ ਜਿਹੜੀ ਅਸੀਂ ਹੁਣ ਇਸ ਵੇਲੇ ਦੇਖ ਰਹੇ ਹਾਂ। ਜੇ ਉਹਨਾਂ ਨੇ ਕੋਈ ਸਟੈਪ ਲਏ ਹੈਗੇ ਆ, ਜੇ ਉਹਨਾਂ ਨੇ ਰੋਕ ਦਿੱਤਾ ਆਪਣੇ ਬੁਲਾਰਿਆਂ ਨੂੰ ਕਿ ਨਹੀਂ ਹੁਣ ਦੁਬਾਰਾ ਤੁਸੀਂ ਜੇ ਉੱਥੇ ਜਾਣਾ ਨਹੀਂ, ਪੁੱਛ ਕੇ ਜਾਣਾ ਆ, ਤੇ ਕਿਹੜੀ ਗੱਲ ਨਹੀਂ ਕਰਨੀ ਹੈਗੀ, ਤੇ ਇੱਕ ਰੋਕ ਦਾ ਪਹਿਲਾ ਸਟੈਪ ਇਹਨੂੰ ਜਿਹੜਾ ਨਾ ਮੰਨ ਲੈਣਾ ਚਾਹੀਦਾ ਕਿ ਇੱਕ ਰੋਕਣ ਦਾ ਇੱਕ ਪਹਿਲਾ ਸਟੈਪ ਆ। ਹੋ ਸਕਦਾ ਉਹਨਾਂ ਨੂੰ ਸਮਝ ਗਈ ਹੋਵੇ। ਰਹਿਣਾ ਤਾਂ ਕਰਦੇ ਤਾਂ ਸੀਗੇ ਰਾਜ 'ਚ ਰਹਿਣ ਲਈ, ਜੇ ਇਦਾਂ ਦੀ ਘਟਨਾ ਦੇ ਨਾਲ ਰਾਜ ਖਤਰੇ 'ਚ ਪੈਂਦਾ ਹੈਗਾ, ਲੋਕਾਂ ਦੇ ਅੰਦਰ ਜਿਹੜੀ ਕਿੰਨਾ ਨਫ਼ਰਤ ਪੈਦਾ ਹੁੰਦੀ ਹੈ, ਤਾਂ ਫਿਰ ਉਹ ਕਿਉਂ ਇਜਾਜ਼ਤ ਦੇਣਗੇ। ਇਸ ਕਰਕੇ ਉਹ ਫੀਲਿੰਗ ਆਈ ਹੋਈ ਨਜ਼ਰ ਵੀ ਆਉਂਦੀ ਆ, ਲੇਕਿਨ ਉਹ ਪ੍ਰੈਕਟਿਸ ਦੇ ਵਿੱਚ ਕਿੱਥੋਂ ਤੱਕ ਲੈ ਕੇ ਜਾਂਦੇ ਆ, ਉਹ ਡਿਪੈਂਡ ਕਰਦੀ ਆ ਕਿ ਇਹ ਮੁੜ ਕੇ 6 ਮਹੀਨੇ ਬਾਅਦ ਫਿਰ ਉਹੀ ਮਾਹੌਲ ਪੈਦਾ ਹੋ ਜਾਊਗਾ ਜਦੋਂ ਸੈਟਲ ਹੋ ਗਿਆ ਮਸਲਾ। ਇਹ ਆ ਅਸਲ ਦੇ ਵਿੱਚ ਵੀ ਕੰਟੀਨਿਊਟੀ 'ਚ ਰਹੇ। ਜੀ, ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ ਹੈ। ਦੋਸਤੋ, ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਇਸ ਸ਼ੋਅ ਨਾਲ ਜੁੜੇ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਇਸ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਦੋਸਤੋ ਤੁਹਾਡਾ। ਚਾਣਾ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੰਡੂ ਸਾਹਿਬ।